ਗਜ਼ਾ ਪੀਸ ਬੋਰਡ ਦਾ ਪਹਿਲਾ ਇਜਲਾਸ ਹੋਇਆ ਹੈ, ਉਹਨੂੰ ਮੁਲਾਹਜ਼ਾ ਕੀਤਾ ਹੈ। ਉਹਦੇ 'ਚ ਚੀਦਾ ਗੱਲਾਂ ਜਿਹੜੀਆਂ ਨੇ ਉਹ ਇਹ ਹੀ ਨੇ ਕਿ ਅਸੀਂ ਮਿਡਲ ਈਸਟ ਵਿੱਚ ਅਮਨ ਲੈ ਕੇ ਆਉਣਾ ਹੈ ਅਤੇ ਯੂਨਾਈਟਿਡ ਨੇਸ਼ਨ ਜਿਹੜੀ ਹੈ ਉਹ ਨਾਕਾਮ ਹੋ ਗਈ ਹੈ ਅਮਨ ਲਿਆਉਣ 'ਚ। ਅਤੇ ਗਜ਼ਾ ਦੀ ਸਿਚੁਏਸ਼ਨ ਜਿਹੜੀ ਹੈ ਉਹ ਬੜੀ ਯੂਨੀਕ ਹੈ ਅਤੇ ਉਸ ਯੂਨੀਕ ਸਿਚੁਏਸ਼ਨ ਵਾਸਤੇ ਸਾਨੂੰ ਕੋਈ ਯੂਨੀਕ ਸੋਲੂਸ਼ਨ ਚਾਹੀਦਾ। ਉਸ ਯੂਨੀਕ ਸੋਲੂਸ਼ਨ ਵਾਸਤੇ ਅਸਾਂ ਗਜ਼ਾ ਪੀਸ ਬੋਰਡ ਬਣਾਇਆ, ਜਿਹੜਾ ਕਿ ਆਫ ਸ਼ੂਟ ਹੈ ਬੋਰਡ ਆਫ ਪੀਸ ਦੀ, ਜਿਹੜਾ ਕਿ ਬ੍ਰੇਨ ਚਾਈਲਡ ਹੈ ਟਰੰਪ ਦਾ, ਜਿਹੜਾ ਕਿ ਉਹ ਦੁਨੀਆ ਵਿੱਚ ਅਮਨ ਲਿਆਉਣ ਵਾਸਤੇ ਇਹ ਕਰੇਗਾ। ਇਹ ਗੱਲ ਮੈਂ ਬੜੇ ਦਿਨਾਂ ਤੋਂ ਵੀ ਕਰਨੀ ਆ ਅਤੇ ਬਹੁਤ ਸਾਰੇ ਲੋਕ ਜਿਹੜੇ ਸਨ ਉਹ ਇਹਦੇ ਬਾਰੇ ਸਕੈਪਟੀਕਲ ਸਨ ਅਤੇ ਮੈਂ ਬਹੁਤ ਦਿਨਾਂ ਤੋਂ ਵੀ ਆਂਦੀ ਸਾਂ ਕਿ ਇਹ ਥਿੰਕ ਟੈਂਕ ਹੈ ਦੁਨੀਆ 'ਚ ਅਮਨ ਲਿਆਉਣ ਦਾ ਮੈਂਡੇਟ ਲੈ ਕੇ ਆਇਆ। ਲੇਕਿਨ ਅੱਜ ਉਹਨਾਂ ਨੇ ਆਪਣੇ ਮੂੰਹ ਨਾਲ ਇਹ ਗੱਲ ਕਰ ਦਿੱਤੀ ਹੈ। ਅਤੇ ਦੂਸਰਾ ਹੈ ਕਿ ਯੂਨਾਈਟਿਡ ਨੇਸ਼ਨ ਇਹ ਪ੍ਰੋਬਲਮ ਸੋਲਵ ਨਹੀਂ ਕਰ ਸਕਦੀ। ਦੂਸਰੀ ਜਿਹੜੀ ਵੱਡੀ ਗੱਲ ਇਹ ਹੋਇਆ ਵੇ ਕਿ ਉਹਦੇ ਵਿੱਚ ਬਾਕਾਇਦਾ ਫਿਰ ਉਹਦੇ ਬਾਅਦ ਜ਼ਿਕਰ ਇਹ ਹੋਇਆ ਕਿ ਇੱਕ ਇੰਟਰਨੈਸ਼ਨਲ ਸਟੇਬਿਲਿਟੀ ਫੋਰਸ ਬਣਾਈ ਨਹੀਂ ਜਾ ਰਹੀ, ਬਣ ਗਈ ਹੈ। ਉਹਦਾ ਜਿਹੜਾ ਜਨਰਲ ਹੈ ਉਹ ਉੱਥੇ ਮੌਜੂਦ ਸੀ। ਉਹਨੇ ਆਖਿਆ ਜੀ ਕਿ ਅਸੀਂ ਕੋਈ 20,000 25,000 ਨੰਬਰ ਜਿਹੜੇ ਨੇ ਇਸ ਵਕਤ ਮੇਰੇ ਕੋਲ ਉੱਤੇ ਥੱਲੇ ਹੋ ਸਕਦੇ ਨੇ, ਉਹ ਅਸੀਂ ਫੌਜੀ ਜਿਹੜੇ ਆ ਉੱਥੇ ਰੱਖਾਂਗੇ। ਉਹਦੇ ਬਾਅਦ ਅਸੀਂ ਗਜ਼ਾ ਦੇ ਸਿਵਿਲੀਅਨ ਜਿਹੜੇ ਆ ਉਹ ਐਜ਼ ਅ ਪੁਲਿਸ ਫੋਰਸ ਇਜਿਪਟ ਵਿੱਚ ਅਸੀਂ ਉਹਨਾਂ ਨੂੰ ਟ੍ਰੇਨ ਪੇ ਕਰਨੇ ਆ। ਅਤੇ ਉਹਦੇ ਬਾਅਦ ਅਸੀਂ ਇੱਥੇ ਇੱਕ ਸਿਵਿਲੀਅਨ ਅਥਾਰਟੀ ਜਿਹੜੀ ਉਹ ਬਣਾ ਦੇ, ਜਿਹਦਾ ਕਿ ਰੈਪ੍ਰਜੈਂਟੇਟਿਵ ਉੱਥੇ ਇੱਕ ਬੰਦਾ ਸੀ ਜਿਹੜਾ ਕਿ ਕਹਿੰਦੇ ਨੇ ਗਜ਼ਾ ਦਾ ਹੀ ਹੈ, ਅਲੀ ਸ਼ੇਖ ਨਾਂ ਦਾ। ਅੱਜ ਤੋਂ ਪਹਿਲਾਂ ਨਾ ਕਦੀ ਸੁਣਿਆ ਨਾ ਜਾਣਦੇ ਆ ਕੌਣ ਹੈ। ਅਤੇ ਚੀਦਾ ਮੋਟੀਆਂ ਗੱਲਾਂ ਇਹ ਹੀ ਨੇ ਕਿ ਟਰੰਪ ਨੇ ਗੁਫ਼ਤਗੂ ਦਾ ਆਗਾਜ਼ ਕੀਤਾ ਹੈ। ਉਹਦੇ ਵਿੱਚ ਇੱਧਰ ਉੱਧਰ ਦੀਆਂ ਗੱਲਾਂ ਕਰਨ ਦੇ ਬਾਅਦ ਉਹਨਾਂ ਨੇ ਆਖਿਆ ਜੀ ਕਿ ਮੇਰੀ ਬੜੀ ਅਚੀਵਮੈਂਟ ਹੈ ਕਿ ਮੈਂ ਹੋਸਟੇਜ ਵਾਪਸ ਲੈ ਗਿਆ। ਬੜੇ ਦੁਖੀ ਸਨ ਉਹਨਾਂ ਦੇ ਮਾਂ ਪਿਓ ਅਤੇ ਬਾਰ ਇੱਕੋ ਹੀ ਗੱਲ ਸੀ ਕਿ ਗਜ਼ਾ ਅਤੇ ਗਾਜ਼ਨ ਅਤੇ ਗਜ਼ਾ ਅਤੇ ਗਾਜ਼ਨ। ਅਤੇ ਉਹਦੇ ਬਾਅਦ ਫਿਰ ਵਾਰੀ ਬਾਕੀ ਲੋਕ ਆਏ, ਮਾਰਕੋ ਰੂਬੀਓ ਆਇਆ, ਫਿਰ ਵਿਟਕੋਫ ਵੀ ਆਇਆ, ਫਿਰ ਉਹਦੇ ਬਾਅਦ JD ਵੈਂਸ ਆਇਆ, ਫਿਰ ਮਾਈਕ ਵਾਲਜ਼ ਆਇਆ। ਫਿਰ ਉਹਦੇ ਬਾਅਦ ਜਦੋਂ ਅਲੀ ਸ਼ੇਖ ਦੇ ਬਾਅਦ ਉਸ ਜਨਰਲ ਸਾਹਿਬ ਨੇ ਗੱਲ ਕੀਤੀ, ਫਿਰ ਮੇਰੀ ਖੈਰ ਬੱਸ ਹੋ ਗਈ ਸੀ। ਫਿਰ ਮੈਂ ਆਖਿਆ ਹੁਣ ਕੁਛ ਪੌਜ਼ ਦੇ ਕੇ ਅਤੇ ਫਿਰ ਸੁਣਾ ਦੀ। ਅਤੇ ਇੱਕ ਚੀਜ਼ ਜਿਹੜੀ ਉਹਦੇ ਵਿੱਚ ਨਹੀਂ ਸੀ, ਵੇਖੋ ਜਿਹੜਾ ਵੀ ਤੁਸੀਂ ਕਿਸੇ ਮਸਲੇ ਦਾ ਹੱਲ ਲੱਭਣਾ ਹੁੰਦਾ ਅਤੇ ਸਾਡੀ ਫੋਕ ਵਿਜ਼ਡਮ ਸਾਨੂੰ ਆਉਂਦੀ ਹੈ ਕਿ ਉਹਦੇ ਵਿੱਚ 3 ਇੰਗਰੀਡੀਐਂਟ ਮਿਸਿੰਗ ਹੋਣ 'ਤੇ ਤੁਸੀਂ ਉਹਦਾ ਹੱਲ ਨਹੀਂ ਲੱਭ ਸਕਦੇ। ਉਹ ਵੇ ਕਿ ਤੁਸੀਂ ਐਡਮਿਟ ਕਰਨਾ, ਰਿਪੈਂਟ ਕਰਨਾ ਅਤੇ ਫਿਰ ਹੀ ਤੁਸੀਂ ਮੂਵ ਔਨ ਕਰ ਸਕਦੇ ਹੋ। ਇਹਦੇ ਵਿੱਚ ਐਡਮਿਸ਼ਨ ਕੋਈ ਨਹੀਂ ਸੀ, ਇਹਦੇ ਵਿੱਚ ਕੋਈ ਗਿਲਟੀ ਪਾਰਟੀ ਕੋਈ ਨਹੀਂ ਸੀ। ਇਹਦੇ ਵਿੱਚ ਇਹ ਤਾਂ ਬਾਰ ਸੀ ਕਿ ਹੋਸਟੇਜ, ਇਸਰਾਈਲੀ ਹੋਸਟੇਜ, ਸਾਨੂੰ ਬੜਾ ਦੁੱਖ ਸੀ, ਅਸੀਂ ਸਾਰੇ ਲੈ ਆਏ, ਸਾਡੀ ਬੜੀ ਵਿਕਟਰੀ ਸੀ। ਪਰ ਇਹ ਇੱਕ ਦਫਾ ਵੀ ਕਿਸੇ ਨੇ ਨਹੀਂ ਆਖਿਆ ਕਿ ਫਲਸਤੀਨੀਆਂ ਦੇ ਮਰਨ ਦਾ ਵੀ ਸਾਨੂੰ ਬੜਾ ਦੁੱਖ ਹੈ। ਨਾ ਮੰਨੋ ਕਿ ਉੱਥੇ ਜੈਨੋਸਾਈਡ ਹੈ ਜਾਂ ਨਹੀਂ, ਲੇਕਿਨ ਫਲਸਤੀਨੀਆਂ ਦੇ ਮਰਨ ਦਾ ਸਾਨੂੰ ਬੜਾ ਦੁੱਖ ਹੈ। ਫਲਸਤੀਨੀਆਂ ਨੂੰ ਵੀ ਕਲੋਜ਼ਰ ਚਾਹੀਦਾ। ਉੱਥੇ ਵੀ ਤੁਸੀਂ ਉਹਨਾਂ ਨੂੰ ਖੰਡਰ ਬਣਾ ਦਿੱਤਾ ਹੈ। ਉਹਨਾਂ ਲੱਖਾਂ ਦੇ ਹਿਸਾਬ ਨਾਲ ਬੰਦੇ ਉੱਥੇ ਮਰ ਗਏ ਨੇ, ਭੁੱਖੇ ਪੇ ਮਰਦੇ ਨੇ। ਮਤਲਬ ਲਫ਼ਜ਼ ਨਹੀਂ ਲੱਭਦੇ ਕਿ ਅਸੀਂ ਉਸ ਕੈਟਾਸਟ੍ਰੋਫੀ ਨੂੰ ਕਿੰਝ ਐਕਸਪਲੇਨ ਕਰਨਾ ਹੈ। ਲਫ਼ਜ਼ ਫਲਸਤੀਨ ਕਿਸੇ ਨੇ ਇਸਤੇਮਾਲ ਨਹੀਂ ਕੀਤਾ। ਜਿਹੜੇ ਗਜ਼ਾ ਸਟ੍ਰਿਪ 'ਤੇ ਰਹਿਣ ਵਾਲੇ ਫਲਸਤੀਨੀ ਨੇ ਉਹਨਾਂ ਨੂੰ ਇੱਕ ਨਵੀਂ ਆਈਡੈਂਟੀਟੀ ਦਿੱਤੀ ਗਈ, ਜਿਹੜੀ ਕਿ ਕਾਫੀ ਟਾਈਮ ਤੋਂ ਦਿੱਤੀ ਜਾ ਰਹੀ ਹੈ, ਜਿਹਦੇ ਬਾਰੇ 'ਚ ਮੈਂ ਗੱਲ ਵੀ ਕਰਨੀ ਆ ਕਿ ਉਹ ਹੁਣ ਗਾਜ਼ਨਸ ਨੇ। ਹੁਣ ਪਤਾ ਨਹੀਂ ਕੱਲ੍ਹ ਨੂੰ ਇਹ ਵੈਸਟ ਬੈਂਕ 'ਤੇ ਰਹਿਣ ਵਾਲਿਆਂ ਨੂੰ ਵੈਸਟ ਬੈਂਕਰਸ ਆਖਣ ਦੇ ਕਿ ਵੈਸਟੀਜ਼ ਆਖਣਾ ਸ਼ੁਰੂ ਕਰ ਦੇਣ ਦੇ। ਅਤੇ ਜਿਹੜੀ ਅਟੋਨਮੀ ਅਤੇ ਏਜੰਸੀ ਹੈ ਨਾ, ਪਰਸਨਲ ਏਜੰਸੀ, ਉਹ ਬਿਲਕੁਲ ਤੁਸੀਂ ਸਮਝੋ ਕਿ ਰਿਪਟ ਅਵੇ ਵੇ। ਅਤੇ ਉੱਥੇ ਜਨਾਬ ਗੱਲ ਹੈ ਕਿ ਟੈਕ ਬਣਾਉਣ ਦੇ, ਟੈਕ ਹਾਊਸ ਬਣੇ ਦਾ, ਸਕੂਲ ਬਣਨ ਦੇ, ਹਸਪਤਾਲ ਬਣਨ ਦੇ। ਲੇਕਿਨ ਇਹਨਾਂ 3-4 ਗੱਲਾਂ ਦੇ ਬਾਅਦ ਜਿਹੜੀ ਮੇਨ ਵੱਡੀ ਗੱਲ ਹੈ ਉਹ ਮਿਸਿੰਗ ਹੈ ਕਿ ਕੋਈ ਇੱਕ ਡਾਕੂਮੈਂਟ ਤਾਂ ਸਾਨੂੰ ਪ੍ਰੋਵਾਈਡ ਕਰ ਦਿਓ ਕਿ ਕੀ ਬਣੇਦਾ ਅਤੇ ਕਦੋਂ ਬਣੇਦਾ ਅਤੇ ਉਹਦਾ ਫਰੇਮਵਰਕ ਕੀ ਹੋਵੇਗਾ। ਫੌਜੀ ਹੋਣ ਦੇ ਅਤੇ ਉਹ ਜਾ ਕੇ ਉੱਥੇ ਕੀ ਕਰਨ ਦੇ, ਉਹਨਾਂ ਦਾ ਮੈਂਡੇਟ ਕੀ ਹੋਵੇਗਾ। ਅਗਰ ਉੱਥੇ ਇਨਫਰਾਸਟਰਕਚਰ ਬਣਦਾ ਪਿਆ ਅਤੇ ਉਹਦੀ ਇਨਵੈਸਟਮੈਂਟ ਕੌਣ ਪਿਆ ਕਰਦਾ, ਇਨਫਰਾਸਟਰਕਚਰ ਕੌਣ ਪਿਆ ਬਣਾਉਂਦਾ ਹੈ, ਕਿੱਥੇ ਪਿਆ ਬਣਦਾ ਹੈ। ਇਹ ਸਾਰੀਆਂ ਇਹਦੇ ਵਿੱਚ ਜਿਹੜੀ ਕੋਈ ਮਸਲੇ ਨੂੰ ਹੱਲ ਕਰਨ ਵਾਲੀ ਗੱਲ ਹੈ ਉਹ ਫਿਲਹਾਲ ਕੋਈ ਨਹੀਂ ਸੀ। ਬਾਕੀ ਸਾਰੀਆਂ ਗੱਲਾਂ ਮੌਜੂਦ ਸਨ ਅਤੇ ਸਾਰੀਆਂ ਗੱਲਾਂ ਉਹੀ ਲੋਕ ਪੇ ਕਰਦੇ ਸਨ ਜਿਹੜੇ ਕਿ ਇਸ ਜੈਨੋਸਾਈਡ ਦੀ ਏਡਿੰਗ ਅਤੇ ਅਬੇਡਿੰਗ ਪੇ ਕਰਦੇ ਨੇ। ਅਤੇ ਇਹਦੇ ਵਿੱਚ ਲਫ਼ਜ਼ ਫਲਸਤੀਨ ਜਿਹੜਾ ਉਹਨਾਂ ਨੇ ਇਸਤੇਮਾਲ ਕਰਨ ਤੋਂ ਜਿੰਨਾ ਉਹ ਪਰਹੇਜ਼ ਕਰ ਸਕਦੇ ਨੇ ਉਹਨਾਂ ਨੇ ਕੀਤਾ ਹੈ।